ਐਜ਼ ਅ ਵੂਮਨ ਨਾ ਅਸੀਂ ਮਲਟੀਪਲ ਹੈਡਸ ਪਾਉਂਦੇ ਆ ਨਾ। ਬਿਲਕੁਲ ਜੀ। ਮਦਰ ਵੀ ਹੈਗੀ ਆ, ਵਾਈਫ ਵੀ ਆ, ਕੈਰੀਅਰ ਵੂਮਨ ਵੀ ਹੈ, ਹੋਮ ਮੇਕਰ ਵੀ ਹੈ, ਘਰ ਦਾ ਵੀ ਕੰਮ ਕਰਨਾ ਨਾਲ ਕਮਿਊਨਿਟੀ 'ਚ ਵੀ ਇਨਵੋਲਵਮੈਂਟ ਹੈ। ਸੋ ਮੈਂ ਇਕੱਲੇ ਕ੍ਰੈਡਿਟ ਨਹੀਂ ਲੈਣਾ ਚਾਹੁੰਦੀ, ਮੈਂ ਚਾਹੁੰਦੀ ਕਿ ਹਰ ਇੱਕ ਔਰਤ, ਹਰ ਇੱਕ ਲੇਡੀ ਇਹ ਸਾਰੀ ਮਲਟੀਪਲ ਹੈਡਸ ਪਾਉਂਦੀ ਹੈ। 10 ਸਾਲ ਦਾ ਜਿਹੜਾ ਸਫ਼ਰ ਸੀਗਾ ਵੂਮਨਸ ਡੇ ਗਾਲਾ ਦਾ, ਅਤੇ ਉਹ ਅਸੀਂ 2013 'ਚ ਸਟਾਰਟ ਕੀਤਾ ਸੀਗਾ। ਫਸਟ ਇਵੈਂਟ ਕਰਿਆ ਸੀ ਬਰੈਂਪਟਨ 'ਚ। ਉਦੋਂ ਲੋਕੀ ਕਹਿੰਦੇ ਸੀਗੇ ਕਿ ਤੁਸੀਂ ਵੂਮਨਸ ਡੇ ਗਾਲਾ ਕਿਉਂ ਕਰ ਰਹੇ, ਕੋਈ ਹੋਰ ਹੀ ਪਾਰਟੀ ਵਾਰਟੀ ਕਰ ਲਓ, ਕਿਉਂਕਿ ਲੋਕਾਂ ਨੂੰ ਲੱਗਦਾ ਕਿ ਪਾਰਟੀ ਕਰ ਲਈ ਹੈ। ਮਾਸਟਰਸ ਕੀਤੀ ਹੈ ਇੰਗਲਿਸ਼, ਮਾਸ ਕਮਿਊਨੀਕੇਸ਼ਨ 'ਚ ਡਿਗਰੀ ਕੀਤੀ ਹੈ, ਅਤੇ ਉੱਥੇ ਬਹੁਤ ਚੰਗੀ ਜੋਬ, ਗਵਰਨਮੈਂਟ ਦੀ ਜੋਬ ਸੀਗੀ ਐਜ਼ ਅ ਮੀਡੀਆ ਮੈਨੇਜਰ ਜੋਬ ਕਰ ਰਹੇ ਸੀਗੇ। ਸਾਰਾ ਕੁਝ ਸੈਟਲ ਸੀਗਾ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਘਰ ਸੀਗਾ, ਸਾਰਾ ਕੰਮ ਸੀਗਾ, ਸਾਰਾ ਕੁਝ ਸੈਟਲ ਸੀਗਾ। ਬਟ ਮੈਰਿਜ ਤੋਂ ਬਾਅਦ ਮੇਰੇ ਹਸਬੈਂਡ ਨੇ ਡਿਸਾਈਡ ਕਰਿਆ ਕਿ ਅਸੀਂ ਕੈਨੇਡਾ ਜਾ ਰਹੇ ਹਾਂ। ਸਾਰਾ ਕੁਝ ਹੀ ਨਵਾਂ ਹੈ, ਕਿਸੇ ਨੂੰ ਤੁਸੀਂ ਜਿਸ ਤਰ੍ਹਾਂ ਕਿ ਜਾਣਦੇ ਨਹੀਂ ਹੋ, ਕੋਈ ਸੋਸ਼ਲਾਈਜ਼ਿੰਗ ਨਹੀਂ ਹੈ, ਕੋਈ ਸਰਕਲ ਨਹੀਂ ਹੈ ਤੁਹਾਡਾ, ਕੋਈ ਪੇਰੈਂਟਸ ਨਹੀਂ ਹੈ ਤੁਹਾਡੇ ਨਾਲ, ਤੁਸੀਂ ਇਕੱਲੇ, ਮਤਲਬ ਮੈਂ ਔਰ ਮੇਰੇ ਹਸਬੈਂਡ ਅਤੇ 6 ਮਹੀਨੇ ਦਾ ਸਾਡਾ ਬੇਟਾ ਸੀਗਾ, ਤਾਂ ਅਸੀਂ ਛੋਟੀ ਜਿਹੀ ਫੈਮਿਲੀ ਦੇ ਨਾਲ ਇੱਥੇ ਸ਼ੁਰੂਆਤ ਕੀਤੀ। ਉਹ ਆਈਡੀਆ ਦੇ ਨਾਲ ਅਸੀਂ 2013 'ਚ ਪਹਿਲੀ ਵਾਰ ਇੰਟਰਨੈਸ਼ਨਲ ਵੂਮਨਸ ਡੇ ਸੈਲੀਬ੍ਰੇਟ ਕਰਿਆ, ਜਿਹੜਾ ਕਿ ਨੋਰਮਲੀ 8 ਮਾਰਚ ਪੂਰੇ ਵਰਲਡ 'ਚ ਮਨਾਇਆ ਜਾਂਦਾ ਹੈ। ਅਵਾਰਡਸ ਨਾਈਟ ਹੈ ਜੀ, ਅਸੀਂ 10 ਵੂਮਨ ਹੀਰੋਜ਼ ਅਵਾਰਡਸ ਦੇ ਰਹੇ ਹਾਂ, ਜਿਹਦੇ ਅੰਦਰ ਕੀ ਡਿਫਰੈਂਟ ਕੈਟੇਗਰੀਜ਼ ਹੈ, ਚਾਹੇ ਉਹ ਕਮਿਊਨਿਟੀ ਸਰਵਿਸ ਹੈ, ਚਾਹੇ ਬਿਜ਼ਨਸ ਵੂਮਨ ਹੈ, ਚਾਹੇ ਐਜੂਕੇਸ਼ਨ ਹੈ। ਔਰ 20 ਸਾਲ ਦੇ ਅੰਦਰ ਜਿਹੜੀ ਇਹ ਸਫ਼ਰ ਰਿਹਾ, ਉਹਦੇ ਅੰਦਰ ਇੱਕ ਜਿਹੜਾ ਮੇਰੇ ਦਿਲ ਤੋਂ ਬਹੁਤ ਕਲੋਜ਼ ਹੈ, ਜਿਹਨੂੰ ਕਹਿੰਦੇ ਨਾ ਕਿ ਉਹ ਸੀਗਾ ਸਿਟੀਜ਼ਨ ਅਵਾਰਡ ਸਿਟੀ ਤੋਂ। TVN ਵਾਲੇ ਦੇਖ ਰਹੇ ਸਭ ਦਰਸ਼ਕਾਂ ਦਾ ਅੱਜ ਦੇ ਇਸ ਕਾਮਯਾਬੀਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਸਾਡੇ ਅੱਜ ਦੇ ਮੁੱਖ ਮਹਿਮਾਨ ਨੇ ਮੋਕਸ਼ੀ ਵਿਰਕ, ਔਰ ਮੋਕਸ਼ੀ ਵਿਰਕ ਇੰਡੋ ਕੈਨੇਡੀਅਨ ਐਸੋਸੀਏਸ਼ਨ ਤੋਂ ਨੇ। ਕਾਫੀ ਵੱਡੇ ਸਮਾਜ ਦੇ ਲਈ ਉਹਨਾਂ ਨੇ ਕੰਮ ਕਰੇ ਨੇ। ਸਮਾਜ ਦੇ ਲਈ ਬਹੁਤ ਵੱਡਾ ਇੱਕ ਦੇਣ ਹੈ ਉਹਨਾਂ ਦੀ ਕਿ ਪਿਛਲੇ ਲਗਾਤਾਰ 10 ਸਾਲਾਂ ਤੋਂ ਵੂਮਨ ਦੀ ਗਾਲਾ ਕਰਵਾ ਰਹੇ ਨੇ, ਨਾਈਟ ਕਰਵਾ ਰਹੇ ਨੇ। ਬਿਲਕੁਲ। ਸੋ ਉਸ ਤੋਂ ਇਲਾਵਾ ਹੋਰ ਬਹੁਤ ਸਾਰੇ ਸਮਾਜ ਲਈ ਕੰਮ ਕੀਤੇ ਨੇ। ਉਹ ਤੁਹਾਡੀ ਉਹਨਾਂ ਨਾਲ ਗੱਲਬਾਤ ਕਰਵਾਉਣੇ ਆ ਕਿ ਉਹਨਾਂ ਨੇ ਇੰਨੇ ਵੱਡੇ ਕੰਮ ਤੇ ਇਹਦੇ ਪਿੱਛੇ ਮੋਟੀਵੇਸ਼ਨ ਕੀ ਹੈ, ਕਿਸ ਤਰੀਕੇ ਨਾਲ ਉਹ ਪਰਸਨਲ ਲਾਈਫ ਦੇ ਵਿੱਚ, ਜਿੱਥੇ ਕਿ ਉਹ ਇੱਕ ਰੀਅਲ ਸਟੇਟ ਬ੍ਰੋਕਰ ਨੇ, ਨਾਲ ਦੀ ਨਾਲ ਪ੍ਰੋਫੈਸ਼ਨਲ ਲਾਈਫ ਦੇ ਨਾਲ ਨਾਲ ਉਹ ਆਪਣੇ ਜੋ ਉਹਨਾਂ ਦੀ ਪਰਸਨਲ ਲਾਈਫ ਜਿਹਦੇ ਵਿੱਚ ਜੋ ਵੀ ਟਾਈਮ ਬਚਦਾ ਹੈ ਉਹ ਸਮਾਜ ਨੂੰ ਦਿੰਦੇ ਨੇ। ਮੋਕਸ਼ੀ ਜੀ, ਤੁਹਾਡਾ ਅੱਜ ਦੇ ਇਸ ਸਾਡੇ ਸ਼ੋਅ ਦੇ ਵਿੱਚ ਸਵਾਗਤ ਹੈ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਪ੍ਰਦੀਪ ਜੀ, ਬਹੁਤ ਚੰਗਾ ਲੱਗਦਾ। ਕਿੱਥੋਂ ਆਉਂਦੀ ਹੈ ਜੀ? ਸਮਾਜ ਵੀ, ਪਰਸਨਲ ਲਾਈਫ ਵੀ, ਪ੍ਰੋਫੈਸ਼ਨਲ ਲਾਈਫ ਵੀ, ਕਿਉਂਕਿ ਇੱਕ ਔਰਤ ਆ ਉਹਨੂੰ ਸਾਰਾ ਕੁਝ ਬਰਾਬਰ ਦੇਖਣਾ ਪੈਂਦਾ, ਘਰ ਵੀ ਦੇਖਣਾ ਪੈਂਦਾ ਜੀ, ਨਾਲ ਦੀ ਨਾਲ ਆਪਣੀ ਕੰਮ ਵੀ ਦੇਖਣਾ ਪੈਣਾ। ਤੁਸੀਂ ਇੱਕ ਸਕਸੈਸਫੁਲ ਬ੍ਰੋਕਰ ਵੀ ਹੋ, ਔਰ ਨਾਲ ਦੀ ਨਾਲ ਤੁਸੀਂ ਇੱਕ ਸਮਾਜ ਲਈ ਨਾ ਕੁਝ ਦੇ ਰਹੇ ਹੋ। ਕਿਵੇਂ ਕਰਦੇ ਹੋ ਇੱਦਾਂ ਨਾ ਕੁਝ ਮੈਨੇਜ? ਬਿਲਕੁਲ ਠੀਕ ਕਿਹਾ ਤੁਸੀਂ ਪ੍ਰਦੀਪ ਜੀ। ਐਜ਼ ਅ ਵੂਮਨ ਨਾ ਅਸੀਂ ਮਲਟੀਪਲ ਹੈਡਸ ਪਾਉਂਦੇ ਹਾਂ ਨਾ। ਬਿਲਕੁਲ ਜੀ। ਮਦਰ ਵੀ ਹੈਗੀ ਆ, ਵਾਈਫ ਵੀ ਆ, ਕੈਰੀਅਰ ਵੂਮਨ ਵੀ ਹੈ, ਹੋਮ ਮੇਕਰ ਵੀ ਹੈ, ਘਰ ਦਾ ਵੀ ਕੰਮ ਕਰਨਾ ਨਾਲ ਕਮਿਊਨਿਟੀ 'ਚ ਵੀ ਇਨਵੋਲਵਮੈਂਟ ਹੈ। ਸੋ ਮੈਂ ਇਕੱਲੇ ਕ੍ਰੈਡਿਟ ਨਹੀਂ ਲੈਣਾ ਚਾਹੁੰਦੀ, ਮੈਂ ਚਾਹੁੰਦੀ ਕਿ ਹਰ ਇੱਕ ਔਰਤ, ਹਰ ਇੱਕ ਲੇਡੀ ਇਹ ਸਾਰੀ ਮਲਟੀਪਲ ਹੈਡਸ ਪਾਉਂਦੀ ਹੈ। ਸੋ ਚੰਗਾ ਬਹੁਤ ਲੱਗਦਾ ਹੈ। ਔਰ ਜਿਸ ਤਰ੍ਹਾਂ ਤੁਸੀਂ ਆਪਣੇ ਪ੍ਰੋਗਰਾਮ ਦਾ ਨਾਂ ਰੱਖਿਆ ਹੈ ਕਾਮਯਾਬੀ, ਬਹੁਤ ਵਧੀਆ ਲੱਗਦਾ ਹੈ ਕਿ ਲੋਕ ਜਦ ਇੱਥੇ ਆਉਂਦੇ ਕੈਨੇਡਾ 'ਚ ਇੰਨੇ ਸਾਰੇ ਡਰੀਮਸ ਲੈ ਕੇ ਆਉਂਦੇ ਆ, ਸਟਰਗਲ ਕਰਦੇ ਆ, ਅਤੇ ਉਸ ਤੋਂ ਬਾਅਦ ਕਾਮਯਾਬ ਹੁੰਦੇ ਆ। ਚੰਗਾ ਲੱਗਦਾ ਕਿ ਅਸੀਂ ਉਹਨਾਂ ਨੂੰ ਰੈਕਗਨਾਈਜ਼ ਕਰੀਏ, ਉਹਨਾਂ ਨਾਲ ਮਿਲੀਏ, ਉਹਨਾਂ ਨਾਲ ਗੱਲਬਾਤ ਕਰੀਏ। ਸੋ ਥੈਂਕ ਯੂ, ਬਹੁਤ ਅੱਛਾ ਵਧੀਆ ਤੁਸੀਂ ਪ੍ਰੋਗਰਾਮ ਸਟਾਰਟ ਕਰਿਆ। ਅਤੇ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਸਾਡਾ 10 ਸਾਲ ਦਾ ਜਿਹੜਾ ਸਫ਼ਰ ਸੀਗਾ ਵੂਮਨਸ ਡੇ ਗਾਲਾ ਦਾ, ਅਤੇ ਉਹ ਅਸੀਂ 2013 'ਚ ਸਟਾਰਟ ਕੀਤਾ ਸੀਗਾ। ਫਸਟ ਇਵੈਂਟ ਕਰਿਆ ਸੀ ਬਰੈਂਪਟਨ 'ਚ। ਉਦੋਂ ਲੋਕੀ ਕਹਿੰਦੇ ਸੀਗੇ ਕਿ ਤੁਸੀਂ ਵੂਮਨਸ ਡੇ ਗਾਲਾ ਕਿਉਂ ਕਰ ਰਹੇ, ਕੋਈ ਹੋਰ ਹੀ ਪਾਰਟੀ ਵਾਰਟੀ ਕਰ ਲਓ, ਕਿਉਂਕਿ ਲੋਕਾਂ ਨੂੰ ਲੱਗਦਾ ਕਿ ਪਾਰਟੀ ਕਰ ਲਈ ਹੈ। ਮੈਨੂੰ ਇੱਦਾਂ ਲੱਗਦਾ ਸੀਗਾ ਕਿ ਜਦ ਅਸੀਂ ਐਜ਼ ਅ ਇਮੀਗਰੈਂਟ ਨਵੇਂ ਕੰਟਰੀ ਜਾਂਦੇ ਹਾਂ ਤਾਂ ਬਹੁਤ ਸਾਰੀ ਡਿਫੀਕਲਟੀਜ਼, ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ, ਕਿਉਂਕਿ ਨਵੇਂ ਕੰਟਰੀ 'ਚ ਆ ਕੇ ਨਵਾਂ ਬੂਟਾ ਲਾਉਣਾ ਹੁੰਦਾ। ਸੋ ਤੁਸੀਂ ਆਪਣੇ ਕੰਟਰੀ 'ਚ, ਮੈਂ ਗੱਲ ਕਰਦੀ ਹਾਂ ਆਪਣੀ ਕਿ ਇੰਡੀਆ ਤੋਂ ਆ, ਉੱਥੇ ਤੁਸੀਂ ਕਾਮਯਾਬ ਹੋ ਅਤੇ ਇੱਥੇ ਆ ਕੇ ਇੱਕਦਮ ਆਲ ਓਵਰ ਅਗੇਨ ਸਾਰਾ ਕੁਝ ਐਂਟਰੀ ਲੈਵਲ ਤੋਂ ਸ਼ੁਰੂ ਕਰਨਾ ਹੈ। ਦੇਖੋ ਜੀ, ਬਿਲਕੁਲ ਤੁਹਾਡੀ ਗੱਲ ਸੱਚ ਹੈ। ਜਦੋਂ ਅਸੀਂ ਉੱਥੇ ਦੇਖਦੇ ਹਾਂ ਅਤੇ ਸਾਡੇ ਪੇਰੈਂਟਸ ਨੇ ਕੁਛ ਨਾ ਕੁਛ ਕਰਿਆ ਹੁੰਦਾ, ਕਮ ਸੇ ਕਮ ਘਰ ਤਾਂ ਬਣਿਆ ਮਿਲਦਾ ਜੀ। ਬਿਲਕੁਲ। ਹੋਰ ਬਹੁਤ ਕੁਛ ਹੈ ਸਮਾਜ ਦੀਆਂ, ਜਿਹੜੇ ਸਾਡੇ ਤਾਣਾ ਹੈ, ਸਾਡਾ ਇੱਕ ਦੂਜੇ ਨਾਲ ਰਿਸ਼ਤੇਦਾਰੀਆਂ, ਸਭ ਕੁਝ ਬਣਿਆ ਹੁੰਦਾ, ਪਰਿਵਾਰਕ ਔਰ ਭਾਈਚਾਰਾ ਹੁੰਦਾ। ਜਦੋਂ ਇੱਥੇ ਆਉਂਦੇ ਹਾਂ, ਤੁਸੀਂ ਇੱਕ ਘਰ ਵਿੱਚ ਜਦੋਂ ਰੁਕਦੇ ਆ, ਤੁਹਾਨੂੰ ਕੁਛ ਵੀ ਨਹੀਂ ਪਤਾ ਤੁਹਾਡੇ ਸਰਾਊਂਡਿੰਗ 'ਚ ਕੌਣ ਹੈ, ਕੀ ਹੈ। ਤੁਸੀਂ ਬਿਲਕੁਲ ਇਕੱਲੇ ਹੁੰਦੇ ਇੱਕ ਤਰੀਕੇ ਨਾਲ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਕੋਈ ਕੰਮ ਕਰ ਦੀ ਪ੍ਰੋਫੈਸ਼ਨਲ ਸੈਟਅਪ ਨਹੀਂ ਹੁੰਦੀ। ਬੜੀ ਵੱਡੀ ਇੱਕ
ਘੱਲਣੀ ਪੈਂਦੀ ਹੈ। ਹਾਂਜੀ ਸਹੀ ਕਹਿ ਰਹੇ ਹੋ ਤੁਸੀਂ ਬਿਲਕੁਲ ਜੀ। ਮੈਂ ਇੰਡੀਆ 'ਚ ਮਾਸਟਰਸ ਕੀਤੀ ਹੈ ਇੰਗਲਿਸ਼, ਮਾਸ ਕਮਿਊਨੀਕੇਸ਼ਨ 'ਚ ਡਿਗਰੀ ਕੀਤੀ ਹੈ ਤੇ ਉੱਥੇ ਬਹੁਤ ਚੰਗੀ ਜੌਬ, ਗਵਰਨਮੈਂਟ ਦੀ ਜੌਬ ਸੀਗੀ ਐਜ਼ ਅ ਮੀਡੀਆ ਮੈਨੇਜਰ। ਵਾਹ ਜੌਬ ਕਰ ਰਹੇ ਸੀਗੇ, ਸਾਰਾ ਕੁਝ ਸੈਟਲ ਸੀਗਾ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਘਰ ਸੀਗਾ, ਸਾਰਾ ਕੰਮ ਸੀਗਾ, ਸਾਰਾ ਕੁਝ ਸੈਟਲ ਸੀਗਾ। ਬਟ ਮੈਰਿਜ ਤੋਂ ਬਾਅਦ ਮੇਰੇ ਹਸਬੈਂਡ ਨੇ ਡਿਸਾਈਡ ਕਰਿਆ ਕਿ ਅਸੀਂ ਕੈਨੇਡਾ ਜਾ ਰਹੇ ਹਾਂ। ਸੋ ਉਦੋਂ ਐਕਸਾਈਟਮੈਂਟ ਇਹ ਲੱਗਦੀ ਸੀਗੀ ਵੀ ਮੂਵੀਜ਼ 'ਚ ਦੇਖਦੇ ਸੀਗੇ ਕਿ ਨਿਆਗਰਾ ਫਾਲ, CN ਟਾਵਰ, ਤਾਂ ਲੱਗਦਾ ਸੀਗਾ ਕਿ ਚਲੋ ਕੈਨੇਡਾ ਜਾ ਕੇ ਚਲੋ ਐਜ਼ ਅ ਟੂਰਿਸਟ ਤਾਂ ਘੁੰਮ ਕੇ ਆਈਏ, ਜ਼ਰੂਰ ਦੇਖ ਕੇ ਆਈਏ। ਸੋ ਅਸੀਂ ਵੀ ਇਹੀ ਡ੍ਰੀਮਸ ਲੈ ਕੇ ਕੈਨੇਡਾ ਆਏ ਸੀਗੇ। ਬਟ ਬਹੁਤ ਵੱਡਾ ਸ਼ੌਕ ਲੱਗਦਾ ਹੈ ਘੁੰਮਣ ਫਿਰਨ ਤੋਂ ਬਾਅਦ, ਜਦ ਤੁਸੀਂ ਸੈਟਲ ਹੋ ਜਾਂਦੇ ਹੋ ਕਿ ਹੁਣ ਤਾਂ ਇੱਥੇ ਪਰਮਾਨੈਂਟਲੀ ਰਹਿਣਾ, ਤਾਂ ਬਹੁਤ ਵੱਡਾ ਸ਼ੌਕ ਲੱਗਦਾ ਹੈ ਕਿ ਸਾਰਾ ਕੁਝ ਹੀ ਨਵਾਂ ਹੈ। ਕਿਸੇ ਨੂੰ ਤੁਸੀਂ ਜਿਸ ਤਰ੍ਹਾਂ ਕਿ ਜਾਣਦੇ ਨਹੀਂ ਹੋ, ਕੋਈ ਸੋਸ਼ਲਾਈਜ਼ਿੰਗ ਨਹੀਂ ਹੈ, ਕੋਈ ਸਰਕਲ ਨਹੀਂ ਹੈ ਤੁਹਾਡਾ, ਕੋਈ ਪੇਰੈਂਟਸ ਨਹੀਂ ਹੈ ਤੁਹਾਡੇ ਨਾਲ, ਤੁਸੀਂ ਇਕੱਲੇ, ਮਤਲਬ ਮੈਂ ਔਰ ਮੇਰੇ ਹਸਬੈਂਡ ਤੇ 6 ਮਹੀਨਿਆਂ ਦਾ ਸਾਡਾ ਬੇਟਾ ਸੀਗਾ। ਸੋ ਅਸੀਂ ਛੋਟੀ ਜਿਹੀ ਫੈਮਿਲੀ ਦੇ ਨਾਲ ਇੱਥੇ ਸ਼ੁਰੂਆਤ ਕੀਤੀ। ਤੇ ਪਹਿਲਾਂ ਤਾਂ ਸਟੇ ਐਟ ਹੋਮ ਮੌਮ ਸੀਗੇ, ਘਰ ਹੀ ਰਹਿਣਾ ਸੀਗਾ ਕਿਉਂਕਿ ਛੋਟੇ ਬੇਬੀ ਨੂੰ ਕਿੱਥੇ ਤੁਸੀਂ ਛੱਡ ਕੇ ਕੰਮ ਕਰੋਗੇ। ਸੋ ਮੇਰੇ ਹਸਬੈਂਡ ਨੇ ਕੰਮ ਸਟਾਰਟ ਕੀਤਾ। ਬਟ ਕਿਉਂਕਿ ਮੇਰੀ ਬੈਕਗਰਾਊਂਡ ਸ਼ੁਰੂ ਤੋਂ ਹੀ ਕੰਮ ਦੀ ਰਹੀ ਹੈ ਇੰਡੀਆ 'ਚ, ਤਾਂ ਮੈਨੂੰ ਲੱਗਦਾ ਸੀਗਾ ਕੁਝ ਕਰਨਾ ਚਾਹੀਦਾ। ਸੋ ਅਸੀਂ ਮੀਨਵਾਈਲ ਆਪਣਾ ਪਹਿਲਾ ਘਰ ਲਿਆ ਇੱਥੇ। ਸੋ ਜਦ ਘਰ ਲਿਆ ਤਾਂ ਐਕਸਪੀਰੀਅੰਸ ਜਿਹੜਾ ਸੀਗਾ ਉਹਨੇ ਮੈਨੂੰ ਮੋਟੀਵੇਟ ਕੀਤਾ ਕਿ ਮੈਂ ਵੀ ਇਸ ਤਰ੍ਹਾਂ ਦਾ ਕੁਝ ਕੰਮ ਕਰਾਂ ਜਿਹੜੇ ਕਿ ਆਪਣੇ ਆਵਰਸ ਦੇ ਅੰਦਰ, ਹੈ ਨਾ, ਵੀਕਐਂਡ 'ਤੇ ਜਾਂ ਟਾਈਮ ਨੂੰ ਮੈਨੇਜ ਕਰਕੇ ਮੈਂ ਇਹ ਕੰਮ ਕਰ ਸਕਦੀ ਹਾਂ। ਜੀ ਬਿਲਕੁਲ। ਤਾਂ ਫਿਰ ਉਹ ਮੈਂ ਲਾਇਸੈਂਸ ਲਿਆ ਰੀਅਲ ਏਸਟੇਟ ਦਾ। ਔਰ ਖੁਸ਼ੀ ਹੁੰਦੀ ਹੈ ਇਸ ਗੱਲ ਦੀ ਕਿ 15 ਸਾਲ ਹੋ ਗਿਆ ਮੈਨੂੰ ਜੀ ਰੀਅਲ ਏਸਟੇਟ 'ਚ ਵੀ ਐਜ਼ ਅ ਰੀਅਲ ਏਸਟੇਟ ਬ੍ਰੋਕਰ ਕੰਮ ਕਰ ਰਹੀ ਹਾਂ ਹੁਣ ਮੈਂ। ਅਤੇ ਚੰਗਾ ਇਹ ਲੱਗਦਾ ਕਿ ਲੋਕਾਂ ਨੂੰ ਉਹਨਾਂ ਦਾ ਘਰ ਦਵਾਈਦਾ। ਸੋ ਗੈਟਿੰਗ ਅ ਫਸਟ ਹੋਮ ਸਾਰਿਆਂ ਵਾਸਤੇ ਬਹੁਤ ਇੱਕ ਖੁਸ਼ੀ ਦਾ ਹੁੰਦਾ ਹੈ, ਮੌਕਾ ਹੁੰਦਾ ਹੈ। ਬਿਲਕੁਲ। ਸੋ ਇਹ ਤਾਂ ਸ਼ੁਰੂਆਤ ਹੋਈ ਕੈਰੀਅਰ ਦੀ ਕਿ ਰੀਅਲ ਏਸਟੇਟ ਦਾ ਲਾਇਸੈਂਸ ਲਿਆ ਅਤੇ ਐਜ਼ ਅ ਰੀਅਲਟਰ ਕੰਮ ਕਰਨਾ ਸ਼ੁਰੂ ਕਰਿਆ। ਸੋ ਜਦ ਮੈਂ ਲੋਕਾਂ ਨੂੰ ਮਿਲ ਰਹੀ ਸੀਗੀ, ਕਲਾਇੰਟਸ ਨੂੰ ਮਿਲਦੀ ਸੀਗੀ, ਅਤੇ ਉਹ ਸੇਮ ਗੱਲ ਕਰਦੇ ਸੀਗੇ ਕਿ ਇੱਥੇ ਜੀ ਸਾਡੇ ਤਿਉਹਾਰ ਨਹੀਂ ਕੋਈ ਮਨਾਏ ਜਾਂਦੇ, ਦੀਵਾਲੀ, ਦੁਸ਼ਹਿਰਾ, ਹੈ ਨਾ, ਵਿਸਾਖੀ, ਕੋਈ ਵੀ ਇਹ ਫੈਸਟੀਵਲ ਹੈ, ਪਤਾ ਨਹੀਂ ਲੱਗਦਾ। ਮੈਂ ਅੱਜ ਤੋਂ ਮਤਲਬ 20 ਸਾਲ ਪੁਰਾਣੀ ਗੱਲ ਕਰ ਰਹੀ ਹਾਂ, ਉਦੋਂ ਬਹੁਤ ਘੱਟ ਇਵੈਂਟਸ ਬਣਾਏ ਜਾਂਦੇ ਸੀਗੇ। ਸੋ ਲੋਕਾਂ ਨੂੰ ਲੱਗਦਾ ਸੀਗਾ ਵੀ ਅਸੀਂ ਕਿਸੇ ਨੂੰ ਮਿਲੀਏ, ਥੋੜ੍ਹਾ ਜਿਹਾ ਜਾਣ ਪਛਾਣ ਹੋਏ, ਔਰ ਇੱਦਾਂ ਦੇ ਇਵੈਂਟਸ ਹੋਣ ਜਿੱਥੇ ਅਸੀਂ ਜਾ ਸਕੀਏ। ਅਤੇ ਜ਼ਿਆਦਾਤਰ ਸਿਰਫ ਮੰਦਰ ਜਾਂ ਗੁਰਦੁਆਰੇ 'ਚ ਜਾ ਕੇ ਤੁਸੀਂ ਆਪਣਾ ਮੱਥਾ ਟੇਕ ਆਉਂਦੇ ਸੀਗੇ। ਬਟ ਬਿਲਕੁਲ ਸੱਚ ਹੈ। ਮੁਕਸ਼ੀ ਜੀ, ਇਹਦੇ ਵਿੱਚ ਮੈਂ ਗੱਲ ਐਡ ਕਰਨਾ ਚਾਹੁੰਦਾ, ਜਦੋਂ 99 ਦੀ ਜਾਂ 2000 ਸਾਲ ਦੀ ਉਸ ਟਾਈਮ ਦੀ ਆਪਾਂ ਗੱਲ ਕਰਦੇ ਹਾਂ, ਤੇ ਫੋਨ ਦੀ ਜਿਹੜੀ ਨਾ ਪ੍ਰਾਈਸ ਬਹੁਤ ਹੁੰਦੀ ਸੀ ਜੀ, 35 ਸੈਂਟ, 40 ਸੈਂਟ। ਮੈਂ ਇੱਥੇ ਤੱਕ ਹੈ ਕਿ ਜਦੋਂ ਉਦੋਂ ਇੱਕ ਕੰਪਨੀ ਹੁੰਦੀ ਸੀ ਸਪ੍ਰਿੰਟ ਕੈਨੇਡਾ ਹੁੰਦੀ ਸੀ। ਹਾਂਜੀ। ਜੇ ਉਹਨਾਂ ਦੀ ਜੇ ਹੁੰਦਾ ਸੀ ਤਾਂ ਸਭ ਤੋਂ ਸਸਤੀ ਉਹਨਾਂ ਦੀ ਹੁੰਦੀ ਸੀ, ਤਾਂ ਉਹਨਾਂ ਦੀ 39 ਸੈਂਟ ਪਰ ਮਿੰਟ ਹੁੰਦੀ ਸੀ। ਸੋ ਤੁਸੀਂ 5 ਮਿੰਟ 7 ਮਿੰਟ ਗੱਲ ਕੀਤੀ ਤੇ $6.85 ਘੰਟੇ ਦੀ ਆਵਰਲੀ ਰੇਟ ਹੁੰਦਾ ਸੀ। ਸੋ ਬੰਦੇ ਨੂੰ ਹੁੰਦਾ ਸੀ ਯਾਰ ਮੈਂ 10 ਮਿੰਟ ਗੱਲ ਕੀਤੀ, ਪੈਸੇ ਗਏ। ਬਿਲਕੁਲ ਸਹੀ ਕਹਿ ਰਹੇ ਹੋ। ਸੋ ਗੱਲ ਬਹੁਤ ਘੱਟ ਹੁੰਦੀ ਸੀ ਇੰਡੀਆ ਦੇ ਵਿੱਚ। ਵਟਸਐਪ ਨਾਂ ਦੀ ਤਾਂ ਕੋਈ ਬਿਮਾਰੀ ਹੁੰਦੀ ਨਹੀਂ ਸੀ। ਹਾਂਜੀ, ਉਹ ਵੀ ਬਾਅਦ 'ਚ ਹੀ ਆਇਆ, ਬਾਅਦ 'ਚ ਸਭ ਕੁਝ ਆਇਆ। ਸੋ ਕਹਿਣ ਤੋਂ ਭਾਵ ਹੈ ਓਵਰਆਲ ਕਮਿਊਨੀਕੇਸ਼ਨ ਬੈਕ ਹੋਮ ਨਾਲ ਬਹੁਤ ਘੱਟ ਹੁੰਦੀ ਸੀ। ਹਾਂਜੀ। ਤਾਂ ਮੋਸਟਲੀ ਫੈਮਿਲੀਜ਼ ਜੋ ਮੈਂ ਦੇਖਿਆ ਸੀ, ਵੀ ਐਕਸਪੀਰੀਅੰਸ ਕੀਤਾ, ਫੈਮਿਲੀਜ਼ ਇੱਕ ਕਾਰਡ ਲੈ ਕੇ ਆਉਂਦੇ ਹੁੰਦੇ ਸੀ $5 ਦਾ। ਹਾਂਜੀ ਬਿਲਕੁਲ। ਉਹ ਕਾਰਡ ਲਿਆ ਕੇ ਤਾਂ ਵੀਕਐਂਡ ਦੇ ਉੱਤੇ ਥੋੜੀ ਕਾਲ ਸਾਰਿਆਂ ਨੂੰ ਕਰਨੀ। ਬਿਲਕੁਲ ਠੀਕ ਕਹਿ ਰਹੇ ਹੋ। ਜੋ ਇੱਕ ਸੀਨ ਸੀ। ਮੈਂ ਤਾਂ ਤੁਹਾਡੇ ਨਾਲ ਹੋਰ ਐਕਸਪੀਰੀਅੰਸ ਸ਼ੇਅਰ ਕਰਾਂਗੀ ਪ੍ਰਦੀਪ ਜੀ। ਮੈਨੂੰ ਪਤਾ ਨਹੀਂ ਸੀਗਾ ਕਿ ਇੱਥੇ ਮਤਲਬ ਰੇਟ ਦਾ ਕੀ ਹੈ। ਮੈਨੂੰ ਲੱਗਦਾ ਸੀ ਸਾਰੇ ਕੈਨੇਡਾ ਤੋਂ, ਅਮਰੀਕਾ ਤੋਂ ਫੋਨ ਕਰਦੇ ਆ ਇੰਡੀਆ। ਮੈਂ ਵੀ ਆਪਣੇ ਪੇਰੈਂਟਸ ਨੂੰ, ਕਿਉਂਕਿ ਨਵੇਂ ਸੀਗੇ, ਪੇਰੈਂਟਸ ਨੂੰ ਫੋਨ ਕਰਨਾ, ਇਨ-ਲॉज ਨੂੰ ਫੋਨ ਕਰਨਾ। ਸਾਡਾ ਪਹਿਲੇ ਮਹੀਨੇ ਦਾ ਬਿੱਲ $500 ਆ ਗਿਆ। ਵਾਹ ਜੀ। ਪਤਾ ਹੀ ਨਹੀਂ ਸੀਗਾ, ਬੈਲ ਦਾ ਕਨੈਕਸ਼ਨ ਲਵਾਇਆ ਸੀਗਾ। ਉਹ ਤਾਂ ਮਹਿੰਗਾ ਬੜਾ ਹੁੰਦਾ ਸੀ ਜੀ, ਬਹੁਤ ਜ਼ਿਆਦਾ। ਬੈਲ ਦਾ ਪਤਾ ਨਹੀਂ ਸੀਗਾ ਵੀ ਇੰਟਰਨੈਸ਼ਨਲ ਦੇ ਚਾਰਜਸ ਹੋਰ ਹੁੰਦੇ ਆ। ਸੋ ਮੇਰਾ ਜਦ ਸਾਡਾ ਫਸਟ ਬਿੱਲ ਆਇਆ, ਮੇਰੇ ਹਸਬੈਂਡ ਨੇ ਇੰਨਾ ਬੜਾ ਸ਼ੌਕ ਲੱਗਿਆ, ਕਹਿੰਦੇ $500 ਦਾ ਬਿੱਲ ਕੀ ਕਰਿਆ। ਮੈਂ ਉਹਨਾਂ ਨੇ, ਹਸਬੈਂਡ ਨੇ ਕੰਮ 'ਤੇ ਜਾਣਾ, ਮੈਂ ਪਿੱਛੇ ਇੰਡੀਆ ਫੋਨ ਮਿਲਾ ਲੈਣਾ ਅਤੇ ਸਾਰੇ ਨਾਲ ਬਸ ਘਰ ਗੱਲ ਕਰੀ ਜਾਣਾ। ਬੇਬੀ ਸੀਗਾ ਛੋਟਾ, ਇਸ ਕਰਕੇ ਉਹਦੇ ਬਾਰੇ ਵੀ ਗੱਲ ਕਰਦੇ ਰਹਿਣਾ। ਸੋ ਫਿਰ ਬਾਅਦ 'ਚ ਜਦ ਪਤਾ ਲੱਗਿਆ ਕਿ ਹੁਣ $500 ਤਾਂ ਪੇ ਕਰਨੇ ਪੈਣੇ ਆ, ਸੋ ਫਿਰ ਉਹਨਾਂ ਕੰਪਨੀ ਨਾਲ ਗੱਲ ਕਰਕੇ ਅਰੇਂਜਮੈਂਟ ਕਰਿਆ, ਪੇਮੈਂਟ ਅਰੇਂਜਮੈਂਟ 5 ਮਹੀਨੇ 'ਚ ਜਾ ਕੇ ਪੇਮੈਂਟ ਕਰੀ। ਸੋ ਮਤਲਬ ਦੈਟ ਵਾਜ਼ ਅਨਦਰ ਐਕਸਪੀਰੀਅੰਸ ਕਿ ਬਈ ਜਿਸ ਤਰ੍ਹਾਂ ਤੁਸੀਂ ਕਿਹਾ ਨਾ ਕਿ ਤੁਹਾਡਾ ਦਿਲ ਕਰਦਾ ਫੈਮਿਲੀ ਨਾਲ ਗੱਲ ਕਰਨ ਨੂੰ, ਅਤੇ ਉਦੋਂ ਇੰਨੀ ਫੈਸਿਲਿਟੀਜ਼ ਨਹੀਂ ਸੀਗੀਆਂ। ਬਿਲਕੁਲ। ਔਰ ਇਸੇ ਲਈ ਸੀ ਕਿ ਜਦੋਂ ਉਦੋਂ ਗੱਲ ਘੱਟ ਹੁੰਦੀ ਸੀ। ਹਾਂਜੀ। ਕਈ ਵਾਰੀ ਲਾ ਲਓ ਤੁਹਾਡੀ ਵਿਸਾਖੀ ਦੇ ਲਾਗੇ ਗੱਲ ਹੋਈ ਤੇ ਦੀਵਾਲੀ ਦੇ ਲਾਗੇ ਗੱਲ ਹੋਈ, ਤੇ ਸਮਟਾਈਮਸ ਤੁਹਾਨੂੰ ਪਤਾ ਲੱਗਦਾ ਹੁੰਦਾ ਸੀ ਕਿ ਵੀ ਭਾਈ ਉਹ ਤਾਂ ਨਿਕਲ ਗਈ। ਸਹੀ ਕਹਿ ਰਹੇ ਹੋ ਜੀ। ਗੱਡੀ ਨਹੀਂ ਹੁੰਦੀ ਸੀ। ਹਾਂਜੀ। ਤੇ ਤੁਸੀਂ ਗੁਰੂ ਘਰ ਨਾਲ ਇੰਨੇ ਕਨੈਕਟਡ ਨਹੀਂ ਸੀਗੇ। ਗੁਰੂ ਘਰ ਨਾਲ ਕਨੈਕਟਡ ਤਾਂ ਹੋਗੇ ਜੇ ਤੁਸੀਂ ਉੱਥੇ ਜਾਓਗੇ। ਬੱਸ ਲੈ ਕੇ ਗੁਰੂ ਘਰ ਜਾਣਾ ਉਹ ਵੀ ਮੁਸ਼ਕਿਲ ਹੁੰਦਾ ਸੀ। ਪਲੱਸ ਕੰਮ ਕਰ ਰਹੇ ਹੋ, ਕੰਮ ਕਰਕੇ ਟਾਈਮ ਵੀ ਨਹੀਂ ਹੁੰਦਾ ਸੀਗਾ। ਜ਼ਿੰਮੇਵਾਰੀਆਂ ਜ਼ਿਆਦਾ ਨੇ, ਨਵੇਂ ਇਮੀਗ੍ਰੈਂਟ ਹੋ। ਸੋ ਬੜਾ ਇਹ ਸੱਚ ਹੈ ਬਿਲਕੁਲ ਕਿ ਬੰਦੇ ਨੂੰ ਇਹ ਨਹੀਂ ਪਤਾ ਲੱਗਦਾ ਹੁੰਦਾ ਸੀ ਵੀ ਕਿਹੜਾ ਤਿਉਹਾਰ ਆ ਗਿਆ ਤੇ ਕਿਹੜਾ ਲੰਘ ਗਿਆ। ਬਿਲਕੁਲ ਠੀਕ ਕਹਿ ਰਹੇ ਹੋ। ਸੋ ਉਦੋਂ ਫਿਰ ਜਦ ਮੈਂ ਵੀ ਆਪਣੇ ਸਾਰੇ ਕਲਾਇੰਟਸ ਵਗੈਰਾ ਨੂੰ, ਫਰੈਂਡਸ ਨੂੰ ਮਿਲਦੀ ਸੀਗੀ, ਤੇ ਇਹੀ ਗੱਲ ਬੋਲਦੀ ਸੀ, ਬਹੁਤ ਸਾਰੀ ਲੇਡੀਜ਼ ਜਿਨ੍ਹਾਂ ਦੇ ਬੱਚੇ ਛੋਟੇ ਹੈ ਜਾਂ ਜਿਹੜੇ ਨਿਊ ਆਏ ਆ, ਉਹ ਚਾਹੁੰਦੇ ਸੀ ਘਰ ਤੋਂ ਕੋਈ ਬਿਜ਼ਨਸ ਕਰਨਾ।
ਸੋ ਉਹਨਾਂ ਨੇ ਛੋਟੇ ਛੋਟੇ ਬਿਜ਼ਨਸ ਘਰੋਂ ਹੀ ਖੋਲੇ ਲੇਡੀਜ਼ ਨੇ, ਜਿਸ ਤਰ੍ਹਾਂ ਬੁਟੀਕ ਖੋਲ੍ਹ ਲਿਆ, ਜਿਊਲਰੀ ਦਾ ਬਿਜ਼ਨਸ ਕਰ ਲਿਆ, ਘਰ ਤੋਂ ਸਲੂਨ ਦਾ ਕੰਮ ਕਰ ਲਿਆ, ਮਤਲਬ ਹੈਲਥ ਐਂਡ ਵੈਲਨੈਸ ਦਾ ਕੰਮ ਕਰ ਲਿਆ। ਸੋ ਬੜਾ ਕੁਝ ਘਰ ਤੋਂ ਹੀ ਕਰ ਰਹੇ ਸੀਗੇ। ਤੇ ਉਹਨਾਂ ਨੂੰ ਹੁੰਦਾ ਸੀ ਵੀ ਸਾਨੂੰ ਕਸਟਮਰ ਚਾਹੀਦੇ ਆ, ਕਸਟਮਰ ਵਾਸਤੇ ਤੁਹਾਨੂੰ ਬਾਹਰ ਜਾਣਾ ਪੈਣਾ ਹੈ ਜਾਂ ਕਨੈਕਸ਼ਨ ਲੱਭਣਾ ਪੈਣਾ ਹੈ। ਸੋ ਉਹ ਪੁੱਛਦੇ ਸੀ ਕੋਈ ਇਵੈਂਟ ਹੋਏ ਤਾਂ ਦੱਸਿਓ, ਕੋਈ ਇਸ ਤਰ੍ਹਾਂ ਦਾ ਹੁੰਦਾ ਤਾਂ ਦੱਸਿਓ। ਫਿਰ ਮੈਨੂੰ ਲੱਗਦਾ ਸੀ ਕਿ ਅਸੀਂ ਲੋਕਾਂ ਦੀ ਮਿੰਨਤਾਂ ਕਰੀਏ ਇਵੈਂਟਸ ਬਾਰੇ, ਕਿਉਂ ਨਾ ਆਪਾਂ ਆਪਣਾ ਕੋਈ ਇਵੈਂਟ ਪਲਾਨ ਕਰੀਏ ਜਿਹਦੇ ਅੰਦਰ ਕਿ ਅਸੀਂ ਸਾਰੇ ਜਣੇ ਰਲ ਮਿਲ ਕੇ ਇਕੱਠੇ ਹੋ ਕੇ ਕੁਛ ਇੱਕ ਦੂਸਰੇ ਦੀ ਹੈਲਪ ਕਰੀਏ। ਸੋ ਉਹ ਆਈਡੀਆ ਦੇ ਨਾਲ ਅਸੀਂ 2013 'ਚ ਪਹਿਲੀ ਵਾਰ ਇੰਟਰਨੈਸ਼ਨਲ ਵੂਮਨਸ ਡੇ ਸੈਲੀਬ੍ਰੇਟ ਕਰਿਆ, ਜਿਹੜਾ ਕਿ ਨੋਰਮਲੀ 8 ਮਾਰਚ 'ਚ ਪੂਰੇ ਵਰਲਡ 'ਚ ਮਨਾਇਆ ਜਾਂਦਾ ਹੈ। ਸੋ ਅਸੀਂ ਨੋਰਮਲੀ ਟਰਾਈ ਕਰਦੇ ਹਾਂ ਕਿ ਜਿਹੜਾ ਨੀਅਰੈਸਟ ਵੀਕਐਂਡ ਹੋਏ, ਕਿਉਂਕਿ ਵੀਕਡੇ 'ਚ ਸਾਰੇ ਕੰਮ ਕਰਦੇ ਆ, ਤੁਹਾਨੂੰ ਪਤਾ ਕੈਨੇਡਾ 'ਚ ਤਾਂ। ਸੋ ਇਸ ਕਰਕੇ ਹੁੰਦਾ ਕਿ ਵੀਕਐਂਡ 'ਤੇ ਹੀ ਆਪਣੇ ਤਿਉਹਾਰ ਮਨਾਏ ਜਾਂਦੇ ਆ ਜ਼ਿਆਦਾਤਰ। ਸੋ ਅਸੀਂ ਫਿਰ ਫਸਟ ਇਵੈਂਟ ਕਰਿਆ ਸੀ 2013 ਦੇ ਅੰਦਰ, ਜਿਹਦੇ 'ਚ ਅਸੀਂ 2 ਸਪੀਕਰਸ ਬੁਲਾਏ ਸੀਗੇ ਜਿਨ੍ਹਾਂ ਨੇ ਆਪਣੇ ਐਕਸਪੀਰੀਅੰਸ ਦੱਸੇ ਕਿ ਕੰਮ 'ਤੇ ਉਹਨਾਂ ਨੂੰ ਕਿਸ ਤਰ੍ਹਾਂ ਦਾ ਪ੍ਰੋਬਲਮਸ ਆਈਆਂ। ਔਰ ਉਹਦੇ 'ਚ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਦੱਸਦੇ ਹੋਏ ਕਿ ਸਿਟੀ ਟੀਵੀ ਦੀ ਪ੍ਰੋਡਿਊਸਰ ਸੀਗੀ ਰਮਨੀਕ ਗਿੱਲ, ਸੋ ਉਹ ਸੀਗੇ ਸਾਡੇ ਸਪੀਕਰ, ਔਰ ਇੱਕ ਆਲ ਸਟੇਟ ਇੰਸ਼ੋਰੈਂਸ ਦੇ ਵਾਈਸ ਪ੍ਰੈਜ਼ੀਡੈਂਟ। ਸੋ ਦੋਨੋਂ ਹੀ ਸਾਊਥ ਏਸ਼ੀਅਨ ਕਮਿਊਨਿਟੀ ਤੋਂ ਸੀਗੇ, ਔਰ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਕਿੰਨੀਆਂ ਪ੍ਰੋਬਲਮਸ ਆਈਆਂ ਆਪਣੀ ਜ਼ਿੰਦਗੀ ਦੇ ਅੰਦਰ, ਕੈਰੀਅਰ 'ਚੋਂ ਕੰਮ ਕਰ ਰਹੇ ਸੀਗੇ। ਉਹਨਾਂ ਨਾਲ ਰੇਸਿਜ਼ਮ ਹੁੰਦੀ ਸੀਗੀ, ਕਿੱਦਾਂ ਉਹਨਾਂ ਨੂੰ ਪਿੱਛੇ ਛੱਡ ਦਿੱਤਾ ਜਾਂਦਾ ਸੀਗਾ, ਪਰ ਉਹਨਾਂ ਨੇ ਸਟਰੋਂਗ ਵੂਮਨ ਹੋਣ ਕਰਕੇ ਚੰਗੀ ਪੋਜੀਸ਼ਨ ਹਾਸਲ ਕੀਤੀ, ਪ੍ਰੋਡਿਊਸਰ ਬਣ ਗਏ, ਹਾਂ ਵਾਈਸ ਪ੍ਰੈਜ਼ੀਡੈਂਟ ਬਣੇ, ਬਹੁਤ ਅੱਛੀ ਪੋਜੀਸ਼ਨਸ 'ਤੇ ਗਏ। ਸੋ ਉਹਦੇ ਨਾਲ ਕੀ ਹੁੰਦਾ, ਜਦ ਤੁਸੀਂ ਆਪਣੀ ਜਰਨੀ ਆਪਣੀ ਸਟੋਰੀ ਸ਼ੇਅਰ ਕਰਦੇ ਹੋ, ਸੋ ਉਹਦੇ ਨਾਲ ਹੋਰਾਂ ਨੂੰ ਵੀ ਇੱਕ ਮੋਟੀਵੇਸ਼ਨ ਮਿਲਦੀ ਹੈ ਵੀ ਅਗਰ ਇਹ ਕਰ ਸਕਦੇ ਹਾਂ ਤਾਂ ਅਸੀਂ ਵੀ ਕਰ ਸਕਦੇ ਹਾਂ। ਉਹ ਨਾਲ ਤੁਸੀਂ ਦੇਖੋ, ਤੁਸੀਂ ਇਹ ਲਿਆ, ਤੁਹਾਨੂੰ ਫਿਰ ਵੀ ਜੇ ਦੇਖਿਆ ਜਾਵੇ ਤਾਂ ਤੁਹਾਡੇ ਮੈਨੂੰ ਪਤਾ ਕਿ ਤੁਹਾਨੂੰ ਬਰੈਂਪਟਨ ਸਿਟੀਜ਼ਨ ਅਵਾਰਡ ਵੀ ਮਿਲਿਆ ਜੀ। ਹਾਂਜੀ, ਇਹ ਵੀ ਬਹੁਤ ਖੁਸ਼ੀ ਦੀ ਗੱਲ ਹੈ ਕਿ ਮੈਨੂੰ ਕੈਨੇਡਾ 'ਚ ਹੁਣ 20 ਸਾਲ ਹੋ ਗਏ ਹੈ, ਔਰ 20 ਸਾਲ ਦੇ ਅੰਦਰ ਜਿਹੜੀ ਇਹ ਸਫ਼ਰ ਰਿਹਾ ਉਹਦੇ ਅੰਦਰ ਇੱਕ ਜਿਹੜਾ ਮੇਰੇ ਦਿਲ ਤੋਂ ਬਹੁਤ ਕਲੋਜ਼ ਹੈ, ਜਿਹਨੂੰ ਕਹਿੰਦੇ ਨਾ ਕਿ ਉਹ ਸੀਗਾ ਸਿਟੀਜ਼ਨ ਅਵਾਰਡ ਸਿਟੀ ਆਫ ਬਰੈਂਪਟਨ ਤੋਂ ਮਿਲਣਾ ਇੰਸਪੀਰੇਸ਼ਨ ਕੈਟੇਗਰੀ 'ਚ। ਵਾਹ ਜੀ ਵਾਹ। ਸੋ ਇਹ ਬੜੀ ਖੁਸ਼ੀ ਦੀ ਗੱਲ ਸੀਗੀ ਕਿ ਤੁਹਾਨੂੰ ਰਿਕੋਗਨਾਈਜ਼ ਕਰਿਆ ਜਾਏ ਜਿਹੜਾ ਤੁਸੀਂ ਕੰਮ ਕਰ ਰਹੇ ਹੋ। ਨਹੀਂ, ਬਹੁਤ ਵੱਡੀ ਗੱਲ ਹੈ। ਔਰ ਹੁਣ ਜਿਹੜਾ ਨੈਕਸਟ ਆਪਣੇ ਆ ਰਿਹਾ ਹੈ, ਜਿਹੜਾ ਵੂਮਨ ਡੇ ਗੱਲ ਆ ਰਿਹਾ ਹੈ, ਇਹ ਕਦੋਂ ਆ ਰਿਹਾ ਜੀ? ਹਾਂਜੀ, ਸੋ ਇਸ ਸਾਲ ਸਾਡਾ ਇਹ 10ਵੀਂ ਸਾਲਗਿਰਾ ਹੈ। ਸੋ ਬੜੀ ਖੁਸ਼ੀ ਹੈ ਇਸ ਗੱਲ ਦੀ ਵੀ ਕਿ 10 ਸਾਲ ਜ਼ਿੰਦਗੀ ਕੇ ਅਸੀਂ ਇਹ ਸੈਲੀਬ੍ਰੇਟ ਕਰਦੇ ਰਹੇ ਹਾਂ। ਸੋ ਅਸੀਂ 1 ਅਪ੍ਰੈਲ ਨੂੰ ਕਰ ਰਹੇ ਹਾਂ ਇਸ ਵਾਰ ਇੰਟਰਨੈਸ਼ਨਲ ਵੂਮਨਸ ਡੇ ਗਾਲਾ ਇਵੈਂਟ, ਜਿਹੜਾ ਕਿ ਵਰਸਾਲ ਕਨਵੈਨਸ਼ਨ ਸੈਂਟਰ ਮਿਸਿਸਾਗਾ 'ਚ ਹੈ। ਸੋ ਉਹਦੇ ਅੰਦਰ ਬਹੁਤ ਵਧੀਆ ਅਸੀਂ ਸੈਲੀਬ੍ਰੇਸ਼ਨ ਲੈ ਕੇ ਆ ਰਹੇ ਹਾਂ। ਅਵਾਰਡਸ ਨਾਈਟ ਹੈ ਜੀ, ਅਸੀਂ 10 ਵੂਮਨ ਹੀਰੋਜ਼ ਅਵਾਰਡਸ ਦੇ ਰਹੇ ਹਾਂ, ਜਿਹਦੇ ਅੰਦਰ ਕਿ ਡਿਫਰੈਂਟ ਕੈਟੇਗਰੀਜ਼ ਹੈ, ਚਾਹੇ ਉਹ ਕਮਿਊਨਿਟੀ ਸਰਵਿਸ ਹੈ, ਚਾਹੇ ਬਿਜ਼ਨਸ ਵੂਮਨ ਹੈ, ਚਾਹੇ ਐਜੂਕੇਸ਼ਨ ਹੈ, ਮੀਡੀਆ ਦਾ ਅਵਾਰਡ ਹੈ। ਸੋ ਅਸੀਂ ਇਸ ਤਰ੍ਹਾਂ 10 ਡਿਫਰੈਂਟ ਕੈਟੇਗਰੀਜ਼ ਦੇ ਅੰਦਰ ਅਵਾਰਡਸ ਦੇ ਰਹੇ ਹਾਂ। ਸੋ ਉਹ ਰੈਕਗਨਾਈਜ਼ ਕਰਾਂਗੇ ਉਹਨਾਂ ਨੇ ਜਿਨ੍ਹਾਂ ਨੇ ਚੰਗਾ ਕੰਮ ਕਰਿਆ, ਜਿਹਨਾਂ ਦੀ ਜਰਨੀ ਹੈ, ਕਿਉਂਕਿ ਮੈਂ ਹਮੇਸ਼ਾ ਹੀ ਫੀਲ ਕਰਦੀ ਹਾਂ ਕਿ ਜਦ ਕੋਈ ਚੰਗਾ ਕੰਮ ਕਰਦਾ, ਸਟਰਗਲ ਕਰਕੇ ਇੱਕ ਸਕਸੈਸਫੁਲ ਹੈ ਨਾ ਕਾਮਯਾਬ ਹੁੰਦਾ, ਅਤੇ ਅਗਰ ਉਹਨੂੰ ਅਸੀਂ ਰਿਕੋਗਨਾਈਜ਼ ਕਰਦੇ ਹਾਂ ਤਾਂ ਇੱਕ ਤਰ੍ਹਾਂ ਨਾਲ ਪੈਟ ਔਨ ਦਾ ਬੈਕ ਹੁੰਦੀ ਹੈ, ਇੱਕ ਸ਼ਾਬਾਸ਼ੀ ਹੁੰਦੀ ਹੈ ਉਹਨਾਂ ਵਾਸਤੇ ਕਿ ਉਹਨਾਂ ਨੇ ਇੰਨੀ ਸਟਰਗਲ ਕਰਕੇ ਅੱਜ ਉਹ ਕਾਮਯਾਬ ਹੋਏ ਆ। ਪਲੱਸ ਉਹ ਰੋਲ ਮਾਡਲ ਹੈ ਹੋਰਾਂ ਵਾਸਤੇ ਵੀ, ਕਿਉਂਕਿ ਜਦ ਇਹ ਨਵੇਂ ਨਿਊ ਕਮਰਸ ਆਉਂਦੇ ਆ ਉਹਨਾਂ ਨੂੰ ਬਹੁਤ ਡਿਫਿਕਲਟ ਲੱਗਦਾ, ਜਿਸ ਤਰ੍ਹਾਂ ਸਾਨੂੰ ਲੱਗਦਾ ਸੀ ਜਦ ਤੋਂ 20 ਸਾਲ ਪਹਿਲਾਂ। ਸੋ ਉਹਨਾਂ ਵਾਸਤੇ ਇਹ ਹੁੰਦਾ ਕਿ ਅਗਰ ਇਹ ਕਾਮਯਾਬ ਹੋ ਸਕਦੇ ਆ, ਸਾਨੂੰ ਵੀ ਨਾ ਗਾਈਡੈਂਸ ਮਿਲ ਜਾਏਗੀ। ਸੋ ਤੁਹਾਡੇ ਲਈ ਵੀ ਹੈ ਵੀ ਉਹ ਤਾਂ ਬਿਕਾਜ਼ ਇਸ ਲਈ ਸਭ ਤੋਂ ਵੱਡੀ ਵਜ੍ਹਾ ਤੁਹਾਨੂੰ ਅੱਜ ਸਟੂਡੀਓ ਬੁਲਾਉਣ ਦੀ ਕਿ ਅਸੀਂ ਚਾਹੁੰਦੇ ਹਾਂ ਕਿ ਤੁਹਾਡੀ ਸਟੋਰੀ, ਤੁਹਾਡੀ ਜਿਹੜੀ ਮੋਟੀਵੇਸ਼ਨਲ ਸਟੋਰੀ ਲੋਕਾਂ ਤੱਕ ਪਹੁੰਚੇ, ਔਰ ਸਾਡੀਆਂ ਜੋ ਹੋਰ ਔਰਤਾਂ ਸਾਡੇ ਭੈਣਾਂ ਜਿਹੜੀਆਂ ਵੱਖ-ਵੱਖ ਥਾਵਾਂ 'ਤੇ ਬੈਠੀਆਂ ਉਹ ਦੇਖ ਸਕਦੀਆਂ ਨੇ ਕਿ ਜੇ ਅੱਜ ਉਹ ਵੀ ਸਟਾਰਟ ਕਰਦੀਆਂ ਨੇ ਤਾਂ ਕਿਤੇ ਨਾ ਕਿਤੇ ਉਹ ਵੀ ਇੱਕ ਦਿਨ ਆਪਣੇ ਆਪ ਨੂੰ ਮੋਕਸ਼ੀ ਵਿਰਕ ਵਾਂਗ ਸਕਸੈਸਫੁਲ ਦੇਖਣ। ਬਿਲਕੁਲ ਸਹੀ ਕਹਿ ਰਹੇ ਹੋ ਜੀ। ਇਹ ਜਰਨੀ ਮਤਲਬ ਈਜ਼ੀ ਨਹੀਂ ਹੈ, ਦੇਖੋ ਕੋਈ ਵੀ ਕੰਮ ਇੱਕ ਦਿਨ 'ਚ ਨਹੀਂ ਹੁੰਦਾ। ਉਹ ਕਹਿੰਦੇ ਨੇ ਕਹਾਵਤ ਵੀ ਹੈ, ਰੋਮ ਵਾਜ਼ ਨਾਟ ਬਿਲਟ ਇਨ ਅ ਡੇ, ਵੀ ਇੱਕ ਦਿਨ 'ਚ ਕੋਈ ਵੀ ਚੀਜ਼ ਨਹੀਂ ਬਣਦੀ, ਸਫ਼ਰ ਹੁੰਦਾ ਹੈ। ਪਰ ਅਗਰ ਤੁਸੀਂ ਸਹੀ ਡਾਇਰੈਕਸ਼ਨ 'ਚ ਜਾ ਰਹੇ ਹੋ, ਤੁਹਾਨੂੰ ਸਹੀ ਗਾਈਡੈਂਸ ਮਿਲ ਜਾਂਦੀ ਹੈ, ਤੁਹਾਨੂੰ ਕਾਮਯਾਬੀ ਜਲਦੀ ਮਿਲ ਜਾਂਦੀ ਹੈ। ਸੋ ਸਾਡਾ ਵੀ ਸਫ਼ਰ 10 ਸਾਲ ਦਾ ਰਿਹਾ ਹੈ ਇਹਦਾ ਵੂਮਨਸ ਡੇ ਦਾ। ਔਰ ਐਜ਼ ਆਈ ਸੈਡ ਕਿ ਆਪਾਂ ਅਵਾਰਡਸ ਨਾਈਟ ਕਰ ਰਹੇ ਹਾਂ, ਉਹਦੇ ਅੰਦਰ ਫੈਸ਼ਨ ਸ਼ੋਜ਼ ਹੋਣਗੇ ਫॉर ਫੈਮਿਲੀ। ਇਹ ਫੈਮਿਲੀ ਇਵੈਂਟ ਹੈ। ਸੋ ਸਾਡੇ ਸਾਰੇ ਗੈਸਟ ਜਿਹੜੇ ਹੈਗੇ ਉਹ ਫੈਮਿਲੀਜ਼ ਦੇ ਨਾਲ ਆਉਂਦੇ ਆ ਜੀ। ਤੇ ਉਹਦੇ ਹੋਰ ਡਿਟੇਲ ਦਿਓ, ਜਦੋਂ ਫੈਸ਼ਨ ਸ਼ੋ ਹੋ ਰਿਹਾ ਨਾਲ। ਹਾਂਜੀ, ਫੈਸ਼ਨ ਸ਼ੋ ਹੈ, ਬਹੁਤ ਅੱਛੀ ਪਰਫਾਰਮੈਂਸਿਸ ਹੋਣਗੀਆਂ, ਡਾਂਸ ਪਰਫਾਰਮੈਂਸ। ਉਹ ਅਸੀਂ ਇਸ ਕਰਕੇ ਕਰਦੇ ਹਾਂ ਕਿਉਂਕਿ ਸਾਡਾ ਕਲਚਰ ਬਹੁਤ ਰਿਚ ਹੈ, ਤੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਕਲਚਰ ਸਾਡੀ ਨੈਕਸਟ ਜਨਰੇਸ਼ਨ, ਸਾਡੇ ਬੱਚਿਆਂ ਨੂੰ ਪਤਾ ਲੱਗੇ, ਹੋਰ ਕੰਟਰੀਜ਼ ਦੇ ਜਿਹੜੇ ਹੋਰ ਲੋਕ ਇੱਥੇ ਕੈਨੇਡਾ 'ਚ ਰਹਿੰਦੇ ਉਹਨਾਂ ਨੂੰ ਵੀ ਪਤਾ ਲੱਗੇ ਪੰਜਾਬੀ ਕਲਚਰ ਬਾਰੇ, ਆਪਣੇ ਸਾਊਥ ਏਸ਼ੀਅਨ ਕਲਚਰ ਬਾਰੇ। ਸੋ ਅਸੀਂ ਉਹ ਪਰਫਾਰਮੈਂਸਿਸ ਰੱਖਦੇ ਹਾਂ ਉਹਦੇ ਅੰਦਰ। ਉਸ ਤੋਂ ਇਲਾਵਾ ਡਿਨਰ ਡਾਂਸ ਤਾਂ ਹੁੰਦਾ ਹੀ ਹੈ। ਇਸ ਤੋਂ ਇਲਾਵਾ ਸਭ ਤੋਂ ਮੇਨ ਗੱਲ ਹੈ, ਅਸੀਂ ਆਪਣੇ ਜਿਹੜੇ ਸਮਾਲ ਵੈਂਡਰਸ ਹੈ, ਜਿਹੜੇ ਘਰ ਤੋਂ ਬਿਜ਼ਨਸ ਕਰਦੇ ਆ, ਜਾਂ ਜਿਹੜੇ ਸਾਡੇ ਸਪਾਂਸਰਸ ਹੈ, ਉਹਨਾਂ ਨੂੰ ਅਸੀਂ ਬਹੁਤ ਪ੍ਰਮੋਟ ਕਰਦੇ ਹਾਂ ਬਿਗ ਟਾਈਮ। ਨੰਬਰ 1 ਅਸੀਂ ਹੁਣ ਤੋਂ ਹੀ ਉਹਨਾਂ ਨੂੰ ਸੋਸ਼ਲ ਮੀਡੀਆ 'ਤੇ ਆਪਣੇ ਇਵੈਂਟ ਪੇਜ 'ਤੇ ਪ੍ਰਮੋਟ ਕਰਦੇ ਹਾਂ, ਸਾਡੀ ਵੈਬਸਾਈਟ 'ਤੇ। ਇਸ ਤੋਂ ਇਲਾਵਾ ਜਿਹੜਾ ਸਾਡਾ ਪ੍ਰੋਗਰਾਮ ਦਾ ਪਹਿਲਾ ਘੰਟਾ ਹੈ
ਕਿਉਂਕਿ ਇਵੈਂਟ ਸਟਾਰਟ ਹੋਏਗਾ 6 ਵਜੇ। ਤਾਂ 6 ਤੋਂ 7 ਜਿਹੜਾ ਪਹਿਲਾ ਘੰਟਾ ਹੈ ਉਹ ਸਾਡਾ ਬਿਜ਼ਨਸ ਨੈਟਵਰਕਿੰਗ ਆਵਰ ਹੈ, ਜਿਹਨੂੰ ਮੀਟ ਐਂਡ ਗ੍ਰੀਟ ਕਹਿੰਦੇ ਆ। ਸੋ ਜਿਹੜੇ ਸਾਡੇ ਗੈਸਟ ਆਈ ਜਾਣਗੇ, ਸਾਡੇ ਵੋਲੰਟੀਅਰਸ ਉਹਨਾਂ ਨੂੰ ਸਾਰਿਆਂ ਤੋਂ ਇੰਟਰੋਡਿਊਸ ਕਰਾਉਣਗੇ, ਵੈਂਡਰਸ ਨੂੰ, ਸਪਾਂਸਰਸ ਨੂੰ। ਦੇਖੋ ਜਿਹੜੇ ਸਪੋਰਟ ਕਰ ਰਹੇ ਇਵੈਂਟ ਨੂੰ, ਸਾਡੇ ਵੈਂਡਰਸ ਔਰ ਸਪਾਂਸਰਸ, ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦਾ ਬਿਜ਼ਨਸ ਵੀ ਪ੍ਰਮੋਟ ਹੋਣਾ ਚਾਹੀਦਾ Obviously. ਹੈ ਨਾ। ਸੋ ਅਗਰ ਉਹ ਵਿਚਾਰੇ ਪੂਰਾ ਟੇਬਲ ਸੈਟਅਪ ਕਰਕੇ, ਸਾਰਾ ਸੈਟਅਪ ਕਰਕੇ ਬੈਠੇ ਹੈ ਔਰ ਲੋਕੀ ਸਿਰਫ ਐਂਟਰਟੇਨਮੈਂਟ ਦੇਖ ਕੇ ਵਾਪਸ ਚਲ ਜਾਂਦੇ ਆ, ਤੇ ਉਹਨਾਂ ਦਾ ਸਾਰਾ ਟਾਈਮ ਐਂਡ ਐਫਰਟ ਵੇਸਟ ਹੋ ਜਾਂਦਾ ਹੈ। Obviously. ਹੈ ਨਾ। ਸੋ ਮੈਂ ਇਹ ਐਕਸਪੀਰੀਅੰਸ ਕੀਤਾ, ਕਿਉਂਕਿ ਦੇਖੋ ਪ੍ਰੋਬਲਮ ਜਿਹੜੀਆਂ ਹੁੰਦੀਆਂ ਉਹਦਾ ਸੋਲੂਸ਼ਨ ਆਪਾਂ ਲੱਭਣਾ ਹੁੰਦਾ ਹੈ। ਸੋ ਅਸੀਂ ਵੀ ਨੋਟਿਸ ਕਰਿਆ ਕਿ 10 ਸਾਲ ਹੋ ਗਏ ਨਾ, ਸੋ ਬੜਾ ਕੁਝ ਸਿੱਖਿਆ ਸੀ ਵੀ। ਸੋ ਇਸ ਸਫ਼ਰ ਦੇ ਟਾਈਮ ਵਿੱਚ ਜ਼ਰੂਰ ਦੇਖਿਆ ਕਿ ਜਿਹੜੇ ਵੈਂਡਰਸ ਔਰ ਸਪਾਂਸਰਸ ਹੈ, ਜਿਹੜੇ ਟਾਈਮ ਕੱਢ ਕੇ ਸਪੈਸ਼ਲ, ਦੇਖੋ ਆਪਾਂ 6 ਵਜੇ ਤੋਂ ਲੈ ਕੇ ਰਾਤ ਨੂੰ 11-12 ਵਜੇ ਤੱਕ ਉੱਥੇ ਹੋਣਾ ਹੈ, ਤਾਂ 6-7 ਘੰਟੇ ਜਿਸ ਬੰਦੇ ਨੇ ਸਪੈਸ਼ਲ ਉੱਥੇ ਲਾਣੇ ਆ, ਅਗਰ ਅਸੀਂ ਉਹਨਾਂ ਨੂੰ ਹੈਲਪ ਕਰਦੇ ਹਾਂ, ਉਹਨਾਂ ਦੇ ਬਿਜ਼ਨਸ ਨੂੰ ਪ੍ਰਮੋਟ ਕਰਦੇ ਹਾਂ, ਸੋ ਉਹਨਾਂ ਨੂੰ ਵੀ ਫਾਇਦਾ ਹੈ। ਮੈਂ ਬਿਲੀਵ ਕਰਦੀ ਹਾਂ ਜ਼ਿੰਦਗੀ 'ਚ ਨਾ ਕਿ ਵਿਨ ਵਿਨ ਹੋਣਾ ਚਾਹੀਦਾ ਹੈ, ਦੋਨੋਂ ਪਾਰਟੀਆਂ ਦਾ ਫਾਇਦਾ ਹੋਣਾ ਚਾਹੀਦਾ। ਡੈਫੀਨਿਟਲੀ ਇਹ ਤਾਂ ਵਿਨ ਵਿਨ ਸਿਚੁਏਸ਼ਨ ਮਸਟ ਹੈ। ਹਾਂਜੀ, ਬਿਲਕੁਲ। ਸੋ ਦੋਨੋਂ ਪਾਰਟੀਆਂ ਨੂੰ ਫਾਇਦਾ ਹੋਣਾ ਚਾਹੀਦਾ, ਜਿਹੜੇ ਆਰਗੇਨਾਈਜ਼ ਕਰ ਰਹੇ ਆ ਉਹਨਾਂ ਨੂੰ ਵੀ ਬੈਨੀਫਿਟ ਮਿਲੇ, ਕਿਉਂਕਿ ਇੰਨਾ ਵੱਡਾ ਇਵੈਂਟ ਆਰਗੇਨਾਈਜ਼ ਕਰਨ ਵਾਸਤੇ ਤੁਹਾਨੂੰ ਸਪਾਂਸਰਸ ਐਂਡ ਵੈਂਡਰਸ ਦੀ ਲੋੜ ਪੈਂਦੀ ਹੈ। ਅਦਰਵਾਈਜ਼ ਇਟਸ ਵੈਰੀ ਡਿਫਿਕਲਟ ਨਾ ਇੰਨਾ ਵੱਡਾ ਇਵੈਂਟ ਇਕੱਠਾ ਕਰਨਾ, ਸੈਲੀਬ੍ਰੇਟ ਕਰਨਾ। ਤੇ ਜਿਹੜਾ ਆਪਣੇ ਪੈਸੇ ਦੇ ਰਿਹਾ, ਜਿਹੜਾ ਆਪਣਾ ਟਾਈਮ ਕੱਢ ਰਿਹਾ ਐਜ਼ ਅ ਵੈਂਡਰ, ਐਜ਼ ਅ ਸਪਾਂਸਰ, ਸੋ ਉਹਨਾਂ ਦਾ ਪ੍ਰਮੋਸ਼ਨ ਹੋਣਾ ਚਾਹੀਦਾ, ਉਹਨਾਂ ਨੂੰ ਬਿਜ਼ਨਸ ਦਾ ਫਾਇਦਾ ਹੋਣਾ ਚਾਹੀਦਾ। ਸੋ ਉਹਨੂੰ ਦੇਖਦੇ ਹੋਏ ਅਸੀਂ ਪਹਿਲਾ ਘੰਟਾ ਜਿਹੜਾ ਹੈ ਮੀਟ ਐਂਡ ਗ੍ਰੀਟ ਔਰ ਬਿਜ਼ਨਸ ਨੈਟਵਰਕਿੰਗ ਆਵਰ ਰੱਖਿਆ। ਗੁੱਡ। ਔਰ ਮੋਕਸ਼ੀ ਜੀ, ਇੱਕ ਹੋਰ ਚੀਜ਼ ਵੀ ਜਿੱਦਾਂ ਇਹ ਜਿਹੜਾ ਇਵੈਂਟ ਹੈ ਰਾਈਟ ਨਾਓ ਜਿੱਦਾਂ ਹੋ ਰਿਹਾ, ਕਿ ਅਜੇ ਵੀ ਕੁਝ ਜਗ੍ਹਾ ਹੈ ਤੁਹਾਡੇ ਕੋਲ ਵੈਂਡਰਸ ਲਈ ਤੇ ਸਪਾਂਸਰਸ ਲਈ? ਜੀ ਬਿਲਕੁਲ, ਕਿਉਂਕਿ ਸਾਡਾ ਇਵੈਂਟ 1 ਅਪ੍ਰੈਲ ਨੂੰ ਹੈ, ਸਾਡੇ ਕੋਲ ਅਜੇ 3 ਹਫ਼ਤੇ ਦਾ ਟਾਈਮ ਹੈ। ਸੋ ਜਿਹੜੇ ਵੀ ਸਾਰਾ ਪ੍ਰੋਗਰਾਮ ਦੇਖ ਰਹੇ ਆ ਅੱਜ, ਅਗਰ ਉਹ 'ਚ ਪਾਰਟਿਸਿਪੇਟ ਕਰਨਾ ਚਾਹੁੰਦੇ ਆ ਤਾਂ ਪਲੀਜ਼ ਸਾਨੂੰ ਕੰਟੈਕਟ ਕਰ ਸਕਦੇ ਆ। ਮੇਰਾ ਨੰਬਰ ਹੈ 4168045005, 416-804-5005। ਸਾਨੂੰ ਰੀਚ ਆਊਟ ਕਰ ਸਕਦੇ ਆ। ਅਸੀਂ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਸਾਰੇ 'ਚ ਸਾਡੀ ਫਲਾਇਰ ਔਰ ਇਵੈਂਟ ਦੀ ਡਿਟੇਲਸ ਹੈਗੀਆਂ, ਤਾਂ ਸਾਨੂੰ ਕੰਟੈਕਟ ਕਰ ਸਕਦੇ ਆ। ਐਜ਼ ਅ ਵੈਂਡਰ ਅਸੀਂ ਫੁੱਲ ਸਪੋਰਟ ਦਿੰਦੇ ਹਾਂ, ਸਪੈਸ਼ਲੀ ਫॉर ਵੂਮਨ ਐਂਟਰਪ੍ਰੀਨਿਓਰਸ ਜਿਹੜੇ ਘਰ ਤੋਂ ਬਿਜ਼ਨਸ ਕਰ ਰਹੇ ਆ, ਅਸੀਂ ਉਹਨਾਂ ਨੂੰ ਬਹੁਤ ਇਨਕਰੇਜ ਕਰਦੇ ਹਾਂ। ਬਹੁਤ ਵਧੀਆ ਜੀ। ਔਰ ਆਖਰ ਦੇ ਵਿੱਚ ਤੁਸੀਂ ਕੁਛ ਹੋਰ ਸਾਡੇ ਜੋ ਭੈਣਾਂ ਨੇ ਸਾਡੀਆਂ ਜੋ ਦੂਰ ਦੇਸ਼ਾਂ ਵਿਦੇਸ਼ਾਂ 'ਚ ਬੈਠੇ, ਚਾਹੇ ਉਹ ਇੰਡੀਆ 'ਚ ਬੈਠੇ ਨੇ, ਚਾਹੇ ਕਿਸੇ ਥਾਂ 'ਤੇ ਬੈਠੇ ਨੇ, ਉਹਨਾਂ ਨੂੰ ਕੋਈ ਆਪਣੇ ਵੱਲੋਂ ਮੈਸੇਜ ਦੇਣਾ ਚਾਹੁੰਦੇ ਹੋ? ਹਾਂਜੀ, ਮੈਂ ਇਹ ਮੈਸੇਜ ਦੇਣਾ ਚਾਹਾਂਗੀ ਕਿ ਜਦ ਆਪਾਂ ਇੱਕ ਨਵੇਂ ਕੰਟਰੀ 'ਚ ਆਉਂਦੇ ਹਾਂ, ਸਪੈਸ਼ਲੀ ਕੈਨੇਡਾ ਦੀ ਗੱਲ ਕਰ ਰਹੇ ਹਾਂ ਕਿ ਇਹ ਇਮੀਗ੍ਰੈਂਟ ਕੰਟਰੀ ਹੈ, ਜਦ ਅਸੀਂ ਨਵੇਂ ਆਉਂਦੇ ਹਾਂ ਤਾਂ ਜਿਸ ਤਰ੍ਹਾਂ ਬੂਟੇ ਨੂੰ ਲਾਉਣਾ ਪੈਂਦਾ, ਉਹਨਾਂ ਨੂੰ ਨਰਚਰ ਕਰਨਾ ਪੈਂਦਾ ਹੈ ਨਾ, ਸਭ ਕੁਝ ਕਰਨਾ ਪੈਂਦਾ। ਉਸੇ ਤਰ੍ਹਾਂ ਤੋਂ ਅਸੀਂ ਵੀ ਟਰਾਈ ਕਰ ਰਹੇ ਹਾਂ ਕਿ ਜਿਹੜੇ ਸਾਡੇ ਨਿਊ ਕਮਰਸ ਇੱਥੇ ਆ ਰਹੇ ਆ, ਅਸੀਂ ਉਹਨਾਂ ਨੂੰ ਹੈਲਪ ਕਰੀਏ, ਚਾਹੇ ਉਹ ਆਪਣਾ ਬਿਜ਼ਨਸ ਕਰ ਰਹੇ ਆ ਜਾਂ ਉਹ ਕੋਈ ਹੋਰ ਕੈਰੀਅਰ 'ਚ ਜਾਣਾ ਚਾਹੁੰਦੇ ਆ। ਬਹੁਤ ਸਾਰੇ ਕੈਰੀਅਰਸ ਹੈ ਕੈਨੇਡਾ ਦੇ ਜਿਹਦੇ ਅੰਦਰ ਕਿ ਤੁਸੀਂ ਲਾਇਸੈਂਸ ਲੈ ਕੇ ਕੰਮ ਕਰ ਸਕਦੇ ਹੋ। ਬਿਲਕੁਲ। ਜਿਸ ਤਰ੍ਹਾਂ ਕਿ ਰੀਅਲ ਏਸਟੇਟ ਹੋ ਗਿਆ, ਮੌਰਗੇਜ ਹੈ, ਇੰਸ਼ੋਰੈਂਸ ਹੈ, ਸਾਰੀ ਇੰਡਸਟਰੀਜ਼ ਦੇ ਅੰਦਰ ਬੜੀ ਆਪਸ਼ਨਸ ਹੈਗੀਆਂ। ਤੁਸੀਂ ਆਪਣਾ ਕੰਮ ਵੀ ਕਰ ਸਕਦੇ ਹੋ, ਨਾਲ ਐਜ਼ ਅ ਪ੍ਰੋਫੈਸ਼ਨਲੀ ਤੁਸੀਂ ਗਰੋ ਵੀ ਕਰੋਗੇ, ਐਸਟੈਬਲਿਸ਼ ਹੋ ਸਕਦੇ ਹੋ ਜੀ। ਔਰ ਇਸ ਤੋਂ ਇਲਾਵਾ ਜਿਹੜੇ ਨਿਊ ਕਮਰਸ ਹੈਗੇ ਆ, ਅਸੀਂ ਉਹਨਾਂ ਨੂੰ ਇਨਵਾਈਟ ਕਰਦੇ ਹਾਂ ਕਿ ਉਹ ਐਜ਼ ਅ ਵੋਲੰਟੀਅਰ ਸਾਡੇ ਨਾਲ ਕੰਮ ਕਰਨ। ਮੈਂ ਹਮੇਸ਼ਾ ਬਿਲੀਵ ਕਰਦੀ ਹਾਂ ਕਿ ਕੈਨੇਡਾ ਦੇ ਅੰਦਰ ਜਿਹੜੇ ਵੋਲੰਟੀਅਰ ਕਰਦੇ ਆ ਨਾ, ਉਹ ਕਦੇ ਵੀ ਤੁਹਾਡਾ ਵੇਸਟ ਨਹੀਂ ਜਾਂਦਾ ਟਾਈਮ, ਕਿਉਂਕਿ ਤੁਸੀਂ ਬਹੁਤ ਸਾਰੇ ਕਨੈਕਸ਼ਨ ਬਿਲਡ ਕਰਦੇ ਹੋ ਉਹਦੇ ਨਾਲ। ਤੁਹਾਡੀ ਇੱਕ ਨਵਾਂ ਟ੍ਰੇਡ ਸਿੱਖ ਜਾਂਦੇ ਹੋ। ਹਾਂਜੀ ਬਿਲਕੁਲ। ਚਾਹੇ ਤੁਹਾਨੂੰ ਲੱਗਦਾ ਕਿ ਤੁਸੀਂ ਪੇਡ ਨਹੀਂ ਹੋ, ਵੋਲੰਟੀਅਰ ਕਰ ਰਹੇ ਹੋ, ਬਟ ਤੁਸੀਂ ਜਿੰਨੇ ਕਨੈਕਸ਼ਨ ਬਣਾਉਂਦੇ ਹੋ, ਜਿੰਨੇ ਲੋਕਾਂ ਨੂੰ ਮਿਲਦੇ ਹੋ, ਜਿਹਦੇ ਕਰਕੇ ਤੁਹਾਨੂੰ ਰੈਫਰੈਂਸ ਮਿਲਦੇ ਆ, ਉਹ ਤੁਹਾਨੂੰ ਅੱਗੇ ਜਾ ਕੇ ਬਹੁਤ ਕੰਮ ਆਉਂਦੇ ਆ। ਔਰ ਅਸੀਂ ਈਵਨ ਹਾਈ ਸਕੂਲ ਸਟੂਡੈਂਟਸ ਜਿਹੜੇ ਹੈ, ਕੈਨੇਡਾ ਦੀ ਰਿਕੁਆਇਰਮੈਂਟ ਹੈ ਕਿ 40 ਘੰਟੇ ਹਾਈ ਸਕੂਲ ਸਟੂਡੈਂਟ ਨੂੰ ਕਰਨਾ ਪੈਂਦਾ ਤਾਂ ਕਿ ਉਹਨਾਂ ਨੂੰ ਗ੍ਰੈਜੂਏਸ਼ਨ ਮਿਲੇ ਨਾ, ਹਾਈ ਸਕੂਲ ਦਾ ਸਰਟੀਫਿਕੇਟ ਮਿਲੇ। ਤੇ ਉਹਦੇ ਵਾਸਤੇ ਵੀ ਅਸੀਂ ਹਾਈ ਸਕੂਲ ਦੇ ਬੱਚਿਆਂ ਨੂੰ ਕ੍ਰੈਡਿਟ ਆਵਰਸ ਦਿੰਦੇ ਹਾਂ, ਉਹ ਵੀ ਸਾਡੇ ਨਾਲ ਵੋਲੰਟੀਅਰ ਕਰ ਸਕਦੇ ਹਾਂ। ਬਹੁਤ ਵਧੀਆ। ਸੋ ਇਹ ਇੱਕ ਓਪਰਚੁਨਿਟੀ ਹੈ ਸਾਰਿਆਂ ਵਾਸਤੇ, ਔਰ ਅਸੀਂ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਕਿ ਉਹ ਪਲੀਜ਼ ਸਾਨੂੰ ਜੁਆਇਨ ਕਰਨ। 1 ਅਪ੍ਰੈਲ ਨੂੰ, ਅਪ੍ਰੈਲ ਫੂਲ ਡੇ ਨਹੀਂ ਹੈ ਸਾਡੇ ਵਾਸਤੇ, ਉਹ ਵੂਮਨਸ ਡੇ ਹੈ। ਸੋ ਅਸੀਂ ਵੂਮਨਸ ਡੇ ਗਾਲਾ ਕਰ ਰਹੇ ਹਾਂ 1 ਅਪ੍ਰੈਲ 2023 ਨੂੰ ਵਰਸਾਈਲ ਕਨਵੈਨਸ਼ਨ ਸੈਂਟਰ ਮਿਸਿਸਾਗਾ 'ਚ। ਟਾਈਮਿੰਗ ਕਿਹਦੀ ਕੀ ਹੈ? 6 ਤੋਂ 11 ਰਾਈਟ? ਹਾਂਜੀ, 6 ਵਜੇ ਸ਼ਾਮ ਤੋਂ 11 ਵਜੇ ਤੱਕ। ਹਾਂਜੀ, 6 ਵਜੇ ਸ਼ਾਮ ਨੂੰ ਇਵੈਂਟ ਸਟਾਰਟ ਹੋ ਜਾਏਗਾ। ਅਸੀਂ ਆਪਣੇ ਸਾਰੇ ਮੀਡੀਆ ਪਾਰਟਨਰਸ ਨੂੰ ਇਨਵਾਈਟ ਕਰਿਆ, ਇਸ ਤੋਂ ਇਲਾਵਾ ਸਾਡੇ MPPs ਔਰ ਮੇਅਰਸ, ਸੋ ਉਹ ਸਾਰੇ ਸਾਡੇ ਨਾਲ ਹਮੇਸ਼ਾ ਪਾਰਟਿਸਿਪੇਟ ਕਰਦੇ ਰਹੇ ਹੈ। ਸੋ ਸਾਡੇ ਸਾਰੇ ਇਵੈਂਟਸ ਦੇ ਅੰਦਰ MP ਰੂਬੀ ਸਹੋਤਾ ਹੋ ਗਏ, ਸੋਨੀਆ ਸਿੱਧੂ ਜੀ ਹੋ ਗਏ, ਆਪਣੇ ਅਮਰਜੋਤ ਸੰਧੂ ਜੀ, ਸਰਕਾਰੀਆ ਜੀ, ਐਵਰੀਬਡੀ, ਸਾਰੇ ਜਣੇ ਆਉਂਦੇ ਰਹੇ ਆ ਇਵੈਂਟ 'ਚ ਔਰ ਬਹੁਤ ਅੱਛੀ ਸਪੋਰਟ ਕਰਦੇ ਰਹੇ ਆ। ਸੋ ਵੀ ਲੁੱਕ ਫਾਰਵਰਡ, ਸਾਰਿਆਂ ਨੂੰ ਇਨਵਾਈਟ ਕਰਦੇ ਆ ਕਿ ਜੁਆਇਨ ਕਰਨ ਸਾਨੂੰ। ਥੈਂਕ ਯੂ ਸੋ ਮਚ ਮੋਕਸ਼ੀ ਵਿਰਕ ਜੀ, ਐਂਡ ਤੁਹਾਡਾ ਬਹੁਤ ਧੰਨਵਾਦ। ਤੁਸੀਂ ਅੱਜ ਸਾਡੇ ਸਟੂਡੀਓ ਪਹੁੰਚੇ ਔਰ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਦਿੱਤੀ, ਆਪਣੀ ਜ਼ਿੰਦਗੀ ਦਾ ਐਕਸਪੀਰੀਅੰਸ ਸ਼ੇਅਰ ਕੀਤਾ। ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹੋਰ ਵੀ ਜੋ ਮੋਟੀਵੇਸ਼ਨ ਸਟੋਰੀਆਂ ਨੇ, ਜੋ ਸਾਡੀ ਕਮਿਊਨਿਟੀ ਦੇ ਵਿੱਚ ਸਾਡੀਆਂ ਭੈਣਾਂ ਨੇ, ਸਾਡੀਆਂ ਭਰਾਵਾਂ ਨੇ ਬਹੁਤ ਵੱਡੇ ਜੋ ਕੰਮਕਾਰ ਇੱਥੇ ਸੈੱਟ ਕੀਤੇ ਨੇ, ਉਹਨਾਂ ਨੂੰ ਲੈ ਕੇ ਆਵਾਂਗੇ ਤੁਹਾਡੇ ਤੱਕ। ਔਰ ਅੱਜ ਤੱਕ ਦਾ ਤੁਹਾਡਾ ਸਾਡਾ ਇੱਥੇ ਤੱਕ ਸਾਥ ਹੈ ਜੀ। ਰੱਬ ਰੱਖਾ। ਧੰਨਵਾਦ।